ਤੋਂ ਬਾਅਦ ਕਿਸਾਨ ਚਿੰਤਾ ਦੇ ਵਿੱਚ ਹੈ ਕਿ ਮੇਰੀ ਫਸਲ ਦਾ ਮੁੱਲ ਪ੍ਰਾਈਵੇਟ ਪਲੇਅਰ ਲਾਉਣਗੇ ਅਤੇ ਮੇਰੇ ਹੱਥ ਕੁਝ ਨਹੀਂ ਆਵੇਗਾ। ਅਜਿਹੇ ਕਾਨੂੰਨ ਪਹਿਲਾਂ ਯੂਪੀ ਅਤੇ ਬਿਹਾਰ ਦੇ ਵਿੱਚ ਲਾਗੂ ਹਨ। ਉੱਥੇ ਇਸ ਤਰੀਕੇ ਨਾਲ ਫਸਲ ਘਰੋਂ ਹੀ ਪ੍ਰਾਈਵੇਟ ਪਲੇਅਰ ਚੁੱਕਦੇ ਨੇ ਅਤੇ ਆਪਣੀ ਮਰਜ਼ੀ ਦੇ ਨਾਲ ਹੀ ਮੁੱਲ ਲਗਾਉਂਦੇ ਨੇ। ਮੇਰੇ ਨਾਲ ਦੋ ਭਰਾ ਬੈਠੇ ਨੇ, ਇਹ ਬਿਹਾਰ ਤੋਂ ਨੇ। ਇਹਨਾਂ ਦੇ ਕੋਲੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੀ ਬਿਹਾਰ ਦੇ ਵਿੱਚ ਜਿਸ ਤਰੀਕੇ ਨਾਲ ਫਸਲ ਪ੍ਰਾਈਵੇਟ ਪਲੇਅਰ ਚੁੱਕਦੇ ਨੇ ਜਾਂ ਸਰਕਾਰੀ ਉੱਥੇ ਖਰੀਦ ਹੁੰਦੀ ਹੈ ਜਾਂ ਨਹੀਂ ਹੁੰਦੀ, ਜਾਂ ਕਿੰਨੇ ਕੁ ਪੈਸੇ ਇਹਨਾਂ ਨੂੰ ਇੱਕ ਜਿਵੇਂ ਝੋਨੇ ਦੀ ਐਗਜ਼ਾਮਪਲ ਲਾ ਲੈਂਦੇ ਹਾਂ ਕਿ ਝੋਨੇ ਚੋਂ ਬਚਣਗੇ ਜਾਂ ਕਣਕ ਚੋਂ ਬਚਦੇ ਹੋਣਗੇ। ਸਾਰੀ ਗੱਲਬਾਤ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵੀ ਯੂਪੀ ਬਿਹਾਰ ਦੇ ਵਾਂਗੂ ਹੀ ਸਰਕਾਰੀ ਰੇਟ ਤਾਂ ਨਹੀਂ ਲੱਗਣਗੇ ਤਾਂ ਪ੍ਰਾਈਵੇਟ ਕੰਪਨੀਆਂ ਆਉਣਗੀਆਂ। ਉਸੇ ਤਰੀਕੇ ਨਾਲ ਇੱਥੇ ਸਭ ਕੁਝ ਹੋਣ ਜਾ ਰਿਹਾ ਹੈ। ਪਰ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜੋ ਬਿਹਾਰ ਦੇ ਵਿੱਚ ਹੋ ਰਿਹਾ ਹੈ ਉਹ ਪੰਜਾਬ ਦੇ ਵਿੱਚ ਹੋਵੇਗਾ ਅਤੇ ਕਿਵੇਂ ਹੋਵੇਗਾ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ ਹੈ ਜੀ? ਬਿਲਟ ਮੰਡਲ। ਬਿਲਲ ਜੀ, ਤੁਸੀਂ ਬਿਹਾਰ ਤੋਂ ਇੱਥੇ ਮੈਨੂੰ ਲੱਗਦਾ ਕਿੰਨੇ ਕੁ ਚਿਰ ਤੋਂ ਇੱਥੇ ਪੰਜਾਬ ਦੇ ਵਿੱਚ ਆ ਰਹੇ ਹੋ? ਇੱਥੇ ਤਾਂ ਕਮ ਸੇ ਕਮ 84 ਈਸਵੀ ਸੇ। ਅੱਛਾ, 84 ਤੋਂ ਤੁਸੀਂ ਲਗਾਤਾਰ ਹਾਂ ਜੀ। ਹਾਂ ਜੀ। ਤੇ ਬਿਹਾਰ ਦੇ ਵਿੱਚ ਹੁਣ ਥੋੜਾ ਜਿਹਾ ਸਮਝਾਓਗੇ ਸਾਨੂੰ ਕਿ ਖੇਤੀ ਕਿਵੇਂ ਹੁੰਦੀ ਹੈ ਉੱਥੇ ਤੇ ਫਸਲ ਕਿਵੇਂ ਪ੍ਰਾਈਵੇਟ ਪਲੇਅਰ ਚੁੱਕਦੇ ਆ, ਸਰਕਾਰੀ ਖਰੀਦ ਹੁੰਦੀ ਹੈ ਜਾਂ ਨਹੀਂ ਹੁੰਦੀ? ਤੁਸੀਂ ਕਿਉਂਕਿ ਆਪ ਵੀ ਉੱਥੇ ਖੇਤੀ ਕਰਦੇ ਹੋਵੋਗੇ ਤਾਂ ਤੁਸੀਂ ਕਿਵੇਂ ਵੇਚਦੇ ਹੋ ਫਿਰ ਆਪਣੀ ਫਸਲ? प्राइवेट बेचते हैं विशेष। गवर्नमेंट में जाता है आधा दाना बाहर काट देता है, आधा गवर्नमेंट लेता है। तो जो फसल माड़ी होता है तो उसको बाहर काट देता है, फिर पब्लिक को देना पड़ता है। ये इसी तरह का काम चलता है हम लोगों को। ਅੱਛਾ, ਉੱਥੇ ਐਗਜ਼ਾਮਪਲ ਆਪਾਂ ਝੋਨੇ ਦੀ ਗੱਲ ਕਰੀਏ ਤੇ ਝੋਨੇ ਦਾ ਰੇਟ ਕਿੰਨਾ ਹੁੰਦਾ ਉੱਥੇ ਆਮ ਤੌਰ ਤੇ? चूने का जैसे मतलब चूने चूने का फर्क होता है ना। चूना जिसका जैसे बढ़िया है बढ़िया रेट लगेगा, जिसका घटिया है तो घटिया रेट लगेगा। यही होता है। 1800 लगेगा। 1800 जो मारी हैगा तो वो 1700 होगा। ਅੱਛਾ, ਇੱਕ ਗੱਲ ਇਹ ਵੀ ਹੈ ਨਾ ਕਿ ਜਿਵੇਂ ਹੁਣ ਉੱਥੇ ਪ੍ਰਾਈਵੇਟ ਕੰਪਨੀਆਂ ਤੁਹਾਡੇ ਉੱਥੇ ਆਉਂਦੀਆਂ ਨੇ ਤੇ ਉਹ ਫਿਰ ਜ਼ਿਮੀਂਦਾਰ ਦੇ ਘਰੇ ਜਾਂਦੀਆਂ ਨੇ? हाँ करे जाएगा। ਅੱਛਾ, कर जाता है। ਉਹ ਕਿਵੇਂ ਫਿਰ ਉਹਨਾਂ ਨਾਲ ਸੰਪਰਕ ਹੁੰਦੇ ਆ ਪਹਿਲਾਂ ਹੀ ਜ਼ਿਮੀਂਦਾਰਾਂ ਨਾਲ? हाँ संपर्क में होता है। आगो पीछे पैसे भी लेने होता है तो खाद पानी ले ली तो पैसा देगा तो अपना फिर उसको टाइम से उनको देंगे। जो बदेगा वो अपना देगा फिर। ਮਤਲਬ ਉਹ ਆੜਤੀਏ ਦਾ ਕੰਮ ਕਰਦੇ ਨੇ ਫਿਰ, ਹਨਾ? आड़ती है। ਅੱਛਾ, ਜਿਵੇਂ ਕੰਪਨੀਆਂ ਤੁਹਾਡੇ ਕੋਲ ਆਉਂਦੀਆਂ ਨੇ ਉੱਥੇ ਤੇ ਆਪਣੀ ਮਰਜ਼ੀ ਨਾਲ ਮੁੱਲ ਲਾਉਂਦੀਆਂ ਨੇ ਕਿ ਜਾਂ ਪੱਕਾ ਹੁੰਦਾ? अपनी मर्जी से। ਅੱਛਾ, ਕੀ ਕਹਿੰਦੇ ਹੁੰਦੇ ਆ? अब वो जैसे का रेट इसका जैसे लगाया हाँ। उससे बढ़िया माल मेरा है। बढ़िया लगेगा जो रेट है उससे ज़्यादा लगना चाहिए। 10 रुपये बस लगना चाहिए। यही हिसाब से लगाते हैं हम। 1700 है तो 1800 है, ठीक है। 10 रुपया बेसी लेंगे, बढ़िया माल है, ठीक है, लगा देंगे। ਅੱਛਾ, ਉਹ ਆਪਣੀ ਮਰਜ਼ੀ ਨਾਲ ਹੀ ਚੱਲਦਾ ਫਿਰ ਸਭ ਕੁਝ? नहीं, मर्जी नहीं चलता है। ਤੁਹਾਡੀ ਆਪਣੀ ਕਿਸਾਨ ਦੀ ਮਰਜ਼ੀ ਨਹੀਂ ਚੱਲਦੀ? नहीं, किसान की मर्जी नहीं। वो बानिए होते हैं ना, बानिया पे सारा मूल निकाल करके ही छोड़ेगा। ਅੱਛਾ, यही चक्कर है। ਕਿਸਾਨ ਫਿਰ ਬਸ ਉਹ ਉਹਨਾਂ ਦੇ ਮੂੰਹ ਵਾਲੀ ਦੇਖਦਾ ਵੀ ਜੋ जो रेट 10 दिया हमको वो दे रहे हैं बानिया ने 10 रुपये बाद, तो इसको छोड़ करके इसको जब पैसा गोड़ो लिए हैं पहले तो इनको ही देंगे। अगर पैसा नहीं लिए हैं तो हम किसी को दे सकते हैं। कोई आएगा, कोई व्यापारी आएगा उसको देंगे। ਉਹ ਵਪਾਰੀ ਫਿਰ ਤੁਹਾਡੇ ਕੋਲ ਤੁਹਾਡੇ ਨਾਲ ਸੰਪਰਕ 'ਚ ਕਿੱਦਾਂ ਰਹਿੰਦੇ ਨੇ ਵਪਾਰੀ? ਉਹ ਕਿੱਥੋਂ ਆਉਂਦੇ ਨੇ? घूमते रहता है। ਅੱਛਾ, हाँ, वो व्यापारी मतलब एक पिंड में वो भी आ गया ये भी आ गया, जिसको दिल कितना वो देगा। ये बात। ਅੱਛਾ, ਉਹਨਾਂ ਨੇ ਪਿੰਡਾਂ ਦੇ ਵਿੱਚ ਘੁੰਮੀ ਜਾਣਾ ਤੇ ਜਦੋਂ ਉਹਨਾਂ ਨੂੰ ਵਧੀਆ ਲੱਗਾ ਜਾਂ ਜਿੱਥੇ ਵੀ ਲੱਗਾ ਉਹਨਾਂ ਨੇ ਆਪਣੀ ਮਰਜ਼ੀ ਨਾਲ अपना मर्जी नाल बस अपना अपना गाड़ी है। उन्हें किसी को 100 बोरी हुआ, किसी को 200 हुआ, 50 भी हुआ, 10 भी हुआ, जैसे जैसे व्यापारी है उसे उसे अपना लोड करके ले जाएगा, पैसे दे जाएगा तुरंत। ਤੇ ਪੈਸੇ ਉਹ ਨਗਦ ਹੀ ਦੇ ਦੇਣਗੇ? नगद पैसे। ਅੱਛਾ, ਇੱਕ ਗੱਲ ਇਹ ਵੀ ਹੈ ਕਿ ਜਿਵੇਂ ਇੱਥੇ ਪੰਜਾਬ ਦੇ ਵਿੱਚ ਤੁਸੀਂ ਦੇਖਦੇ ਹੋ ਝੋਨੇ ਦਾ ਆਪਣਾ ਆਲੂ ਦਾ ਤੇ ਮੱਕੀ ਦਾ ਜੋ ਹਾਲ ਹੁੰਦਾ ਵਾ ਕਿ ਉਹ ਨਹੀਂ ਇੱਥੇ ਲੈਂਦੇ ਜਾਂ उधर भी होता है ऐसे, जैसे यहाँ पर भी होता है ना, आलू का मक्की का ऐसे हाल है उधर भी। ਉਧਰ ਝੋਨੇ ਦਾ ਤੇ ਕਦੀ ਕਣਕ ਦਾ ਹੋਇਆ ਇਹ ਜਿਹਾ ਹਾਲ? नहीं चूने ਕਣਕ ਦਾ ਨਹੀਂ। नहीं, मक्की का आलू का उधर भी होता है ऐसे। ਅੱਛਾ, ਇੱਧਰ ਕਿਸਾਨ ਇਹ ਡਰ ਰਹੇ ਆ ਕਿ ਸਾਲ 2 ਸਾਲ ਤਾਂ ਪ੍ਰਾਈਵੇਟ ਕੰਪਨੀਆਂ ਸਾਡਾ ਮਾਲ ਚੱਕ ਲੈਣਗੀਆਂ, ਸੌਖੇ ਤਰੀਕੇ ਨਾਲ ਚੱਕ ਲੈਣਗੀਆਂ, ਪਰ 2-3 ਸਾਲਾਂ ਬਾਅਦ ਇਹਦਾ ਅਸਰ ਲੱਗੂਗਾ।
ਉਹ ਵੀ ਆਲੂ ਤੇ ਫਿਰ ਮੱਕੀ ਦੀ ਤਰ੍ਹਾਂ ਹੀ ਸਾਡਾ ਕਣਕ ਤੇ ਝੋਨਾ ਵੀ ਰੁਲ ਜੂਗਾ, ਇਦਾਂ ਦਾ ਵਾਕਈ ਹੋ ਸਕਦਾ ਕੁਝ? अब ये देखो भविष्य का कौन जानता है, इसका भविष्य का कोई नहीं जानता है। लेकिन व्यापारी प्राइवेट जब चलेगा तो चलते रहेगा। यहाँ क्योंकि प्राइवेट क्यों नहीं चलेगा, यहाँ सेलर अधिक है, सेलर वाला छोड़ेगा नहीं, जो भी है सस्ता महंगा वो खरीदते जाएगा। ਪਰ ਸ਼ੈਲਰ ਵਾਲੇ ਇਹ ਵੀ ਤਾਂ ਕਹਿ ਸਕਦੇ ਨੇ ਕਿ ਸਾਡੇ ਕੋਲ ਪਿਛਲੇ ਸਾਲ ਦਾ ਮਾਲ ਜ਼ਿਆਦਾ ਪਿਆ ਵਾ, ਅਸੀਂ ਇਸ ਵਾਰ ਨਹੀਂ ਲਵਾਂਗੇ ਜਾਂ ਸਸਤਾ ਲਵਾਂਗੇ, ਇਦਾਂ ਵੀ ਕੁਝ ਹੋ ਸਕਦਾ? हाँ हाँ होता है क्योंकि स्टॉक उनके पास रहता है। लेकिन फिर भी गवर्नमेंट का जो सामान है वो अदली बदली करता है ना, प्राइवेट खरीद के गवर्नमेंट को भी देता है, गवर्नमेंट को कोटा पूरा हो जाता है फिर प्राइवेट में दे देता है। ऐसे काम चलता है ना पंजाब का। ਤਾਂ ਤੁਹਾਨੂੰ ਕੀ ਲੱਗਦਾ ਕਿ ਬਿਹਾਰ ਦੇ ਵਿੱਚ ਕਦੀ ਇਦਾਂ ਹੋਇਆ ਵੀ ਜਿਵੇਂ ਝੋਨੇ ਦਾ ਤੇ ਕਣਕ ਦਾ ਰੇਟ ਬਹੁਤ ਘੱਟ ਮਿਲਿਆ ਹੋਵੇ? हाँ ऐसे बहुत होता है। ਅੱਛਾ, ਕਿਦਾਂ ਹੁੰਦਾ, ਥੋੜਾ ਜਿਹਾ ਡਿਟੇਲ ਚ ਦੱਸੋ। ये जो है ना कि जैसे अब कनक, अभी कनक की बुआई कम हो रहा है, अभी हमारे इधर कनक में है 2500 रुपया कुंटल है। अब मक्की जो है ना 1100 रुपया है, 900 रुपया है, ऐसे है। और झुना है 1700 1800 बस। ਤੇ ਇਹਦੇ ਵਿੱਚ ਇਹ ਹੁੰਦਾ ਵੀ ਕਦੀ ਜਿਵੇਂ ਮੰਨ ਲਓ ਮੱਕੀ ਦਾ ਰੇਟ ਜਿਵੇਂ ਤੁਸੀਂ ਦੱਸਿਆ ਕਿ 1100 ਰੁਪਇਆ, ਤਾਂ ਉਹਨਾਂ ਨੇ ਪ੍ਰਾਈਵੇਟ ਕੰਪਨੀ ਨੇ ਆਪਣੀ ਮਰਜ਼ੀ ਨਾਲ 500-600 ਰੁਪਏ ਦੀ ਵੇਚੀ ਹੋਵੇ ਜਾਂ ਲਈ ਹੋਵੇ, ਇਦਾਂ ਕੁਝ ਹੁੰਦਾ? हाँ लेता है वो प्राइवेट में, ऐसे जो है ना बढ़िया माल है तो 500-600 रुपया बेसी बद लगा के देता है, ले जाता है अपना। ਮਤਲਬ ਉਧਰ ਕਿਸਾਨ ਦੀ ਮਰਜ਼ੀ ਨਹੀਂ ਚੱਲਦੀ, ਪ੍ਰਾਈਵੇਟ ਪਲੇਅਰ ਦੀ ਹੀ ਮਰਜ਼ੀ ਚੱਲਦੀ। ज्यादा बानिए लोग जो होते हैं ना वो अपनी मर्जी न लगाया रेट, सारे आड़ती एक होते हैं। माल भेज देता है ना। जिसने बढ़िया माल लेना है उन्हें बढ़िया रेट लगा करके अपना बस कोटा पूरा। ਇੱਕ ਬਿਲਤ ਜੀ ਇੱਕ ਗੱਲ ਇਹ ਹੈ ਕਿ ਇਹ ਪੰਜਾਬ ਦੇ ਵਿੱਚ ਹੁਣ ਕਹਿੰਦੇ ਮੰਡੀਆਂ ਖਤਮ ਕਰ ਦੇਣੀਆਂ ਨੇ, ਤੁਹਾਡੇ ਉੱਥੇ ਮੰਡੀ ਹੈਗੀ ਆ ਕੋਈ? मंडी गुलाबाग नहीं है, गुलाबाग है, बहुत दूर में है ना। जैसे कि ये फगवाड़े हुआ, जलंधर हुआ, ये आगे में ये अथी है कपूरथला हुआ। शहर में ਮੇਨ ਸ਼ਹਿਰਾਂ ਦੇ ਵਿੱਚ ਹੈ, ਕੋਈ ਪਿੰਡਾਂ ਦੇ ਵਿੱਚ ਨਹੀਂ ਹੈ। जैसे एक सब्जी मंडी है यहाँ भी है, ऐसे नहीं है, बहुत दूर है। ਅੱਛਾ, हाँ ਤਾਂ जैसे ਉਹ बोले- ਤੇ ਫਿਰ ਇਹੀ ਗੱਲ ਹੈ ਨਾ ਕਿ ਮੰਡੀਆਂ ਉੱਤੇ ਹੈ ਨਹੀਂ, ਪ੍ਰਾਈਵੇਟ ਲੋਕ ਘਰੇ ਆਉਂਦੇ ਆ ਤੇ ਉਹ ਫਸਲ ਲੈ ਜਾਂਦੇ ਆ ਫਿਰ। जैसे मंडी है गुलाबाग, जो मंडी है हमारे यहाँ पड़ता है, ये से जो लुधियाना इतना दूर पड़ता है। ਕਿਸਾਨ ਫਿਰ ਉੱਥੇ ਜਾ ਨਹੀਂ ਸਕਦਾ ना, ਉਹ ਤਾਂ ਕਿੱਦਾਂ क्या करे व्यापारी ले जाता है, व्यापारी ले जाएगा। वही खरीद के जो ले जाता है वही बेचता है, ਉਹ ਫਿਰ ਘੱਟ ਰੇਟ ਤੇ ਤੁਹਾਡੇ ਕੋਲ ਲੈ ਜਾਂਦਾ ਵਾ ਤੇ ਮਹਿੰਗੇ ਰੇਟ ਤੇ ਉੱਥੇ ਵੇਚ ये रेट से वो बेचता है। ये ਤੁਸੀਂ ਵੀ ਥੋੜਾ ਇੱਧਰ ਆਓ, ਨਾਲ ਆਓ, ਆਪਾਂ ਗੱਲ ਕਰਦੇ ਆ। ਤੁਹਾਡਾ ਕੀ ਨਾਮ ਆ? नीरो मंडल ਤੁਸੀਂ ਵੀ ਬਿਹਾਰ ਤੋਂ ਹੀ ਹੋ? जी। ਅੱਛਾ, ਉੱਥੇ ਫਿਰ ਕਿਸਾਨ ਦੀ ਮਰਜ਼ੀ ਨਹੀਂ ਚੱਲਦੀ? चलती है, चलती क्यों नहीं है? चलती है, अच्छी माल है मेरा, नहीं बेचेंगे तो को ਅੱਛਾ, महंगा में बेचेंगे, ये होता है। ਪਰ ਕਈ ਵਾਰੀ ਤਾਂ ਫਿਰ ਜਿਨ੍ਹਾਂ ਨੇ ਜਿੱਦਾਂ ਦੱਸਿਆ ਬਾਣੀਏ ਫਿਰ ਆਪਣੀ ਮਰਜ਼ੀ ਨਾਲ ਮੁੱਲ ਲਾਉਂਦੇ ਨੇ ਉਹ। होता है दब माल है, माड़ा माल है तो सस्ती में देना पड़ता है। ਪਰ ਕਈ ਵਾਰੀ ਇਹ ਹੁੰਦਾ ਨਾ ਵੀ ਜਿੰਨੇ ਖਰੀਦਣਾ ਆ, ਜਿੰਨੇ ਮਾਲ ਖਰੀਦਣਾ ਵਾ ਉਹਨੇ ਤਾਂ ਨੁਕਸ ਕੱਢਣੇ ਹੀ ਕੱਢਣੇ ਆ, ਤੁਹਾਡੇ ਮਾਲ ਨੂੰ ਮਾੜਾ ਆਖਣਾ ਹੀ ਆਖਣਾ, ਚਾਹੇ ਜਿੰਨਾ ਮਰਜ਼ੀ ਵਧੀਆ ਆ। ਤਾਂ ਉੱਥੇ ਵੀ ਇਹ ਚੀਜ਼ਾਂ ਹੁੰਦੀਆਂ ਹੋਣਗੀਆਂ? हाँ जी, हाँ जी, यही चीज बन देगा। लेकिन जो चीज अच्छी है ना उसको साम के रख लेना है, बाद में बेचेंगे। अभी मक्की का सीजन चल गया, अभी रेट वहाँ ज्यादा होगा मक्की का। अब चोने का फसल आ गया है, चोना सस्ता होगा, कई जिम्मेदार है रख लेंगे, बाद में बेचेंगे। ਅੱਛਾ, ਇੱਕ ਗੱਲ ਇਹ ਵੀ ਹੈ ਕਿ ਹੁਣ ਬਿਹਾਰ ਦੇ ਤੁਹਾਡੇ ਸੁਭਾਅ ਦੇ ਵਿੱਚ ਬੜਾ ਫਰਕ ਹੈ, ਪੰਜਾਬੀਆਂ ਦੇ ਸੁਭਾਅ ਦੇ ਵਿੱਚ ਥੋੜਾ ਜਿਹਾ ਉਹਨਾਂ ਦਾ ਹੋਰ ਫਰਕ ਹੈ। ਤੁਹਾਨੂੰ ਬਹੁਤ ਹੁਣ ਤਾਂ ਤੁਹਾਨੂੰ ਮੈਨੂੰ ਲੱਗਦਾ 30-35 ਸਾਲ ਹੋ ਗਏ ਆ ਤੁਸੀਂ ਤੇ ਪੰਜਾਬੀਆਂ ਦੇ ਵਿੱਚ ਵਿਚਰ ਰਹੇ ਹੋ, ਤੇ ਜਿਹੜਾ ਸਿਸਟਮ ਤੁਹਾਡੇ ਬਿਹਾਰ ਦੇ ਵਿੱਚ ਆ ਉਹ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਫਿੱਟ ਹੋ ਸਕਦਾ? आराम से। ਨਹੀਂ, ਕਿੱਦਾਂ ਹੋ ਸਕਦਾ? देखो सिस्टम बनेगा धीरे धीरे ना, जैसे जानकारी होगा तो मिलने में टाइम लगता है, जब पूरा कंप्लीट हो जाएगा तो चलवे करेगा। ਇੱਧਰ ਦੇ ਪੰਜਾਬ ਦੇ ਕਿਸਾਨਾਂ ਨੂੰ ਇਹ ਡਰ ਆ ਕਿ ਸਾਡੇ ਕੋਲ ਪ੍ਰਾਈਵੇਟ ਕੰਪਨੀਆਂ ਆਪਣੀ ਮਰਜ਼ੀ ਨਾਲ ਮੁੱਲ ਲਾਉਣਗੀਆਂ, ਚੱਕਣਗੀਆਂ ਜਾਂ ਨਹੀਂ ਚੱਕਣਗੀਆਂ, ਇਹਦਾ ਵੀ ਅਸਰ ਹੈ ਨਾ? चकना पैना उन्होंने जो पैसे ले लिया, बोरी दे दिया, चकना पैना, उसको माल उठाना पड़ेगा। ਤੁਹਾਨੂੰ ਲੱਗਦਾ ਕਿ ਸਿਸਟਮ ਫਿੱਟ ਬਹਿ ਜਾਊਗਾ ਪੰਜਾਬ 'ਚ? हाँ जी होगा। हाँ ਪਰ ਇਹਦੇ ਵਿੱਚ ਤੁਹਾਡਾ ਬਹੁਤ ਨੁਕਸਾਨ ਆ। ਤੁਸੀਂ ਹੁਣ ਕਹਿੰਦੇ ਕਿ ਮੰਡੀਆਂ ਖਤਮ ਕਰ ਦੇਣੀਆਂ ਨੇ, ਹੁਣ ਤੁਸੀਂ ਇੱਥੇ ਮਜ਼ਦੂਰੀ ਕਰਨ ਆਉਂਦੇ ਹੋ ਤੁਸੀਂ, ਤੇ ਫਿਰ ਤੁਹਾਡਾ ਤੇ ਤਾਂ ਖਤਮ ਹੋ ਜਾਊਗਾ ਕੰਮ ਇਹ ਵਾਲਾ। खत्म किसी का नहीं होगा, हम किसी का नहीं होगा। सही रहेगा, इसमें भी चलेगा। जो आरती लेगा पिंड में जाकर को माल, वो जाकर को भर्ती तो नहीं करेगा, तो यही लेबर जाकर को वहाँ पर भी
जो दुकान में यही लेबर वहाँ पे जाकर को भी लोड करेगा सारा काम। ਤਾਂ ਤੁਸੀਂ ਤਾਂ ਹੁਣ ਜਿਵੇਂ ਆੜਤੀਆਂ ਦੇ ਕੋਲ ਲੱਗੇ ਹੋ, ਪ੍ਰਾਈਵੇਟ ਕੰਪਨੀਆਂ ਆਉਣਗੀਆਂ, ਫਿਰ ਤੁਸੀਂ ਉਹਨਾਂ ਨਾਲ ਕਿੱਦਾਂ ਮੇਲ ਕਰੋਗੇ, ਕਿੱਦਾਂ ਤੁਸੀਂ ਉਹਨਾਂ वो आप पे मेल हो जाएगा, क्योंकि लेबर नहीं मिलेगा। यहाँ का जो आदमी है पंजाब का, काम करके उतना खुश नहीं है। ਨਹੀਂ ਕੋਈ ਇਹ ਤੁਹਾਡੀ ਗੱਲ ਠੀਕ ਹੈ। यहाँ काम करके खुश नहीं है। तो ज्यादा है कि बिहार के आदमी इतना जो इकट्ठे रहते हैं, तो इसलिए काम चल रहा है। अगर सारा बिहार के आदमी निकल जाए तो यहाँ का भट्ठा बैठ जाएगा। ਇਹ ਤੁਹਾਡੇ ਸਿਰ ਤੇ ਹੀ ਆ, ਇਹ ਤਾਂ ਮੰਡੀ ਦੇ ਜੋ ਤੁਹਾਡੇ ਸਿਰ ਤੇ ਚੱਲਦਾ। ਪੰਜਾਬੀ ਦਾ ਕੁਝ ਵੀ ਨਹੀਂ, ਪੰਜਾਬੀ ਦਾ ਮੈਨੂੰ ਲੱਗਦਾ ਕਿ ਇੱਥੇ ਸਿੱਟ ਕੇ ਚਲੇ ਜਾਂਦੇ ਤਾਂ ਰੁਕਦੇ ਵੀ ਨਹੀਂ ਗਏ ਇੱਥੇ। ये लॉकडाउन में मेरे को सब दिखाई दिया, पंजाबी काम करके गया। वो है ना, दारू पीने में चक्कर में काम खत्म हो गया। ये ऐसे सब बात है। ਤੁਹਾਨੂੰ ਤਾਂ ਨਹੀਂ ਕੋਈ ਚਿੰਤਾ ਵੀ ਤੁਹਾਡੀ ਰੋਜੀ ਰੋਟੀ ਤੇ ਨੁਕਸਾਨ? कोई चिंता नहीं है सानू, इत्थे वे उत्थे दे कोई फर्क नहीं है। ਅੱਛਾ ਕੋਈ ਫਰਕ ਨਹੀਂ। कोई फर्क नहीं है। ਅੱਛਾ ਬਿਲੇ ਜੀ ਤੁਸੀਂ ਉੱਥੇ ਖੇਤੀ ਕਰਦੇ ਹੋ ਤੁਸੀਂ? हाँ खेती करते हैं। ਅੱਛਾ ਉੱਥੇ ਫਿਰ ਕਿਵੇਂ ਕਰਦੇ ਹੋ ਤੁਸੀਂ ਸਿਸਟਮ, ਕਿਉਂਕਿ ਤੁਸੀਂ ਇੱਥੇ ਵੀ ਆਉਨੇ ਹੁਣ ਇਵੇਂ ਝੋਨੇ ਦਾ ਸੀਜ਼ਨ? आगे पीछे होता है। जैसे अब इधर का चुनाव खत्म हो जाएगा, दीपावली हमारे शुरू होगा, दीपावली के बाद। ਅੱਛਾ ਦੀਵਾਲੀ ਤੋਂ ਬਾਅਦ ਤੁਹਾਡਾ ਫਿਰ ਝੋਨਾ ਉਦੋਂ ਸ਼ੁਰੂ ਹੋ हाँ शुरू हो जाएगा। वो फिर 1 महीने तक चलेगा, उसके बाद कनक बिजाई होगा, मक्की बिजाई होगा। ऐसे काम चलता है। ਅੱਛਾ हाँ ਤੇ ਫਿਰ ਉਹੀ ਜਿਵੇਂ ਤੁਸੀਂ ਝੋਨਾ ਵੱਢ ਲੈਣਾ ਜਾ ਕੇ ਹੁਣ, ਤੇ ਫਿਰ ਤੁਹਾਡੇ ਕੋਲ ਪ੍ਰਾਈਵੇਟ ਕੰਪਨੀਆਂ ਤੁਹਾਡੇ ਘਰੇ ਆ ਜਾਣਗੀਆਂ? घरे आ जाना, ਅੱਛਾ घरे आ जाएगा, जो कच्चा हो पक्का हो, लेकिन सब खरीद लेगा वो। ਹੁਣ ਇੱਕ ਗੱਲ ਇਹ ਵੀ ਹੈ ਨਾ ਕਿ ਤੁਸੀਂ ਮੰਡੀ 'ਚ, ਜਿਵੇਂ ਇੱਥੇ ਮੰਡੀ ਆ ਹੁਣ, ਇੱਥੇ ਪੱਖਾ ਲੱਗਾ ਵਾ, ਸੁਕਾ ਰਹੇ ਹੋ ਤੁਸੀਂ, ਇੱਕ ਇਹਦਾ ਵਧੀਆ ਝਾੜ ਲੈ ਆਉਣਾ ਵਾ ਇਹਨੂੰ, ਤਾਂ ਫਿਰ ਉਹ ਘਰੇ ਫਿਰ ਤੁਸੀਂ ਕਿੱਦਾਂ ਕਰਦੇ ਹੋ ਫਿਰ ਤੇ? सुखाते हैं, सुखाते नहीं है। गुल गाल सारे कर देते हैं बोरी उतना ही में। कर देते हैं। हाँ वहाँ को रेट लगता है। ਚਾਹੇ ਗਿੱਲੀ ਆ ਚਾਹੇ ਸੁੱਕੀ ਆ? हाँ ਅੱਛਾ फाग फूक जो भी है हाँ। सब बिच्चे जाता है। ਤੇ ਜੇ ਮੰਨ ਲਓ ਵੀ ਉਹਨਾਂ 1700 ਰੁਪਿਆ ਰੇਟ ਰੱਖਿਆ ਵਾ, ਤੇ ਤੁਹਾਨੂੰ ਕਿੰਨਾ ਮਿਲਣਾ? पूरे रेट मिलना जो रेट दिया है। 17,500 मिलेगा। 5 किलो जो काट कटेगा। 5 ਕਿਲੋ ਦੀ ਕਾਟ। हाँ कुंटल में। ਤੇ ਜੇ ਉਹਨਾਂ ਨੇ 1700 ਰੁਪਿਆ ਤੁਹਾਡੇ ਕੋਲ ਲੈ ਲਿਆ ਪ੍ਰਾਈਵੇਟ ਕੰਪਨੀ ਨੇ, ਉਹਨੇ ਜਦੋਂ ਮੰਡੀ 'ਚ ਵੇਚਣੀ, ਫਿਰ ਮੰਡੀ 'ਚ ਕਿੰਨੇ ਦੀ ਵੇਚੂਗਾ ਉਹ? मंडी जो फिर 100 रुपया बाद। मंडी में 1 किलो देता है क्विंटल में। ਅੱਛਾ ਤੁਹਾਡੇ ਕੋਲ 5 ਕਿਲੋ ਕੱਟੀ, हाँ जी। ਤੇ ਅੱਗੋਂ ਉਹਨਾਂ ਨੇ 1 ਕਿਲੋ ਕਟਾਉਣੀ, हाँ 1 किलो कटन में। 4 ਕਿਲੋ ਦਾ ਫਾਇਦਾ हाँ, ਹੋਊਗਾ। हाँ, 4 किलो। ਇਹ ਫਾਇਦਾ ਹੁੰਦਾ। ये बरदाना जो है, बरदाना लगता है वो उसका ਅੱਛਾ डला का। ਸੋ ਇਹ ਧੰਨਵਾਦ, ਤੁਸੀਂ ਇੱਕ ਵਧੀਆ ਤਰੀਕੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਪੰਜਾਬ ਦੇ ਵਿੱਚ ਵੀ ਹੁਣ ਇਹੀ ਕਾਨੂੰਨ ਪਾਸ ਹੋ ਗਿਆ ਆ, ਤੁਹਾਡੇ ਜਿੱਦਾਂ ਉਧਰ ਸਿਸਟਮ ਚੱਲਦਾ ਉਸੇ ਤਰੀਕੇ ਨਾਲ ਹੁਣ ਪੰਜਾਬ 'ਚ ਵੀ ਚੱਲਿਆ ਕਰੂਗਾ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਥੋੜਾ ਜਿਹਾ ਸਿਸਟਮ ਤਾਂ ਜ਼ਰੂਰ ਸਮਝ ਲੱਗਿਆ ਹੋਊਗਾ ਕਿ ਜਿਵੇਂ ਇਹ ਵੀ ਜ਼ਿਮੀਦਾਰ ਨੇ, ਇਹ ਜ਼ਿਮੀਦਾਰ ਨੇ, ਉੱਥੇ ਇੱਥੇ ਆਪਣੀ ਦਿਹਾੜੀ ਕਰਨ ਆਉਂਦੇ ਨੇ, ਜਦੋਂ ਉੱਥੇ ਜਾਂਦੇ ਨੇ ਤਾਂ ਉਹ ਵੀ ਆਪਣੇ ਇੱਧਰ ਜ਼ਿਮੀਦਾਰਾਂ ਵਾਂਗੂ ਇਹ ਫਸਲ ਬੀਜਦੇ ਨੇ, ਵੱਢਦੇ ਨੇ। ਤਾਂ ਇੱਕ ਚੀਜ਼ ਸਮਝਣ ਵਾਲੀ ਹੈ ਕਿ ਪ੍ਰਾਈਵੇਟ ਕੰਪਨੀਆਂ ਇਹਨਾਂ ਦੇ ਕੋਲ ਆਉਂਦੀਆਂ ਨੇ, ਜਿਵੇਂ ਇਹਨਾਂ ਨੇ ਦੱਸਿਆ ਕਿ ਪਿੰਡ-ਪਿੰਡ ਘੁੰਮਦੀਆਂ ਹੁੰਦੀਆਂ ਨੇ ਉਹਨਾਂ ਦਿਨਾਂ ਦੇ ਵਿੱਚ, ਤਾਂ ਜਿੱਥੇ ਮਾਲ ਵਧੀਆ ਲੱਗਿਆ ਉੱਥੇ ਉਹਨਾਂ ਨੇ ਰੁਕਣਾ ਆ, ਰੇਟ ਲਾਉਣਾ ਆ, ਰੇਟ ਆਪਣੀ ਮਰਜ਼ੀ ਨਾਲ ਲਾਉਣਾ ਆ, ਕਿਉਂਕਿ ਇਹ ਕਹਿੰਦੇ ਨੇ ਕਿ ਉਧਰ ਬਾਣੀਏ ਜਿਹੜੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਰੇਟ ਲਾਉਂਦੇ ਨੇ, ਸਾਡੀ ਮਰਜ਼ੀ ਨਹੀਂ ਚੱਲਦੀ। ਪਰ ਇੱਕ ਗੱਲ ਜ਼ਰੂਰ ਦੇਖਣ ਵਾਲੀ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਿਹਾਰ ਵਾਂਗੂ, ਯੂਪੀ ਦੇ ਵਾਂਗੂ ਪੰਜਾਬ ਦੇ ਵਿੱਚ ਵੀ ਹੋਣ ਵਾਲਾ ਕਿ ਪਿੰਡਾਂ ਦੇ ਵਿੱਚ ਵਪਾਰੀ ਘੁੰਮਿਆ ਕਰਨਗੇ, ਪ੍ਰਾਈਵੇਟ ਪਲੇਅਰ ਆਉਣਗੇ, ਪ੍ਰਾਈਵੇਟ ਕੰਪਨੀਆਂ ਆਉਣਗੀਆਂ, ਤਾਂ ਉਹ ਰੇਟ ਆਪਣੇ ਹੀ ਤਰੀਕੇ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਲਾਉਣਗੀਆਂ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਜਲੰਧਰ।